ਬੇਟੇ ਜੀ ਸਤਿ ਸ਼੍ਰੀ ਅਕਾਲ। ਮੈਂ ਗਗਨ ਸਿੰਘ ਲਖਨਾਟੀਆ, ਤੁਹਾਡਾ ਮੈਥ ਟੀਚਰ। ਹਾਜ਼ਰ ਹਾਂ 10ਵੀਂ ਜਮਾਤ ਪੰਜਾਬੀ ਮੀਡੀਅਮ ਦਾ ਲੈਸਨ ਨੰਬਰ 1 ਲੈ ਕੇ। ਲੈਸਨ ਨੰਬਰ ਹੈ ਵਾਸਤਵਿਕ ਸੰਖਿਆਵਾਂ। ਅਸੀਂ ਭੂਮਿਕਾ ਤੋਂ ਸ਼ੁਰੂ ਕਰ ਰਹੇ ਹਾਂ। ਕਿਉਂ ਭੂਮਿਕਾ ਤੋਂ ਸ਼ੁਰੂ ਕਰ ਰਹੇ ਹਾਂ? ਇਹਦਾ ਕਾਰਨ ਹੈ ਕਿ ਇਹ ਲੈਸਨ ਨਾ 9ਵੀਂ ਕਲਾਸ ਤੋਂ ਥੋੜ੍ਹਾ ਜਿਹਾ ਅੱਗੇ ਵਧਿਆ ਹੋਇਆ। 9ਵੀਂ ਵੀ ਤੁਸੀਂ ਪੜ੍ਹਿਆ ਸੀ ਵਾਸਤਵਿਕ ਸੰਖਿਆਵਾਂ, ਉਹ ਤੋਂ ਥੋੜ੍ਹਾ ਜਿਹਾ ਐਡਵਾਂਸ ਹੈ। ਇਸ ਕਰਕੇ ਭੂਮਿਕਾ ਸਮਝਣਾ ਬਹੁਤ ਜ਼ਰੂਰੀ ਹੈ। ਇੱਦਾਂ ਨਾ ਹੋਏ ਤੁਸੀਂ ਭੂਮਿਕਾ ਨਾ ਸਮਝੋ, ਲੈਸਨ 'ਚ ਅੱਗੇ ਵੱਧ ਜਾਓ। ਇਹ ਦੇਖਣਾ ਬੜਾ ਜ਼ਰੂਰੀ ਹੈ। ਭੂਮਿਕਾ ਕਿੱਦਾਂ ਹੈ? 9ਵੀਂ ਜਮਾਤ ਵਿੱਚ ਤੁਸੀਂ ਜਿਹੜਾ ਮੈਂ ਪੜ੍ਹਨ ਵਾਲਾ ਨਾ, ਉਹ ਬੜਾ ਤੇਜ਼ੀ ਨਾਲ ਪੜ੍ਹਾਂਗਾ। ਸਮਝਾਉਣ ਵਾਲਾ ਤੁਹਾਨੂੰ ਆਰਾਮ ਨਾਲ ਸਮਝਾਵਾਂਗਾ। ਠੀਕ ਹੈ। 9ਵੀਂ ਜਮਾਤ ਵਿੱਚ ਤੁਸੀਂ ਵਾਸਤਵਿਕ ਸੰਖਿਆਵਾਂ ਦੀ ਖੋਜ ਕੀਤੀ ਸੀ। ਪਹਿਲਾ ਕੀ ਆ ਗਿਆ? ਵਾਸਤਵਿਕ ਸੰਖਿਆ। ਤੁਸੀਂ ਕਿੱਥੇ ਪੜ੍ਹਿਆ ਸੀ? 9ਵੀਂ ਜਮਾਤ। 9ਵੀਂ 'ਚ ਵੀ ਪੜ੍ਹਿਆ ਸੀ ਵਾਸਤਵਿਕ ਸੰਖਿਆਵਾਂ, ਅਤੇ ਇਸ ਪ੍ਰਕਿਰਿਆ ਦੌਰਾਨ ਤੁਹਾਨੂੰ ਅਪਰਿਮੇਯ ਸੰਖਿਆਵਾਂ ਬਾਰੇ ਜਾਣਕਾਰੀ ਮਿਲੀ ਸੀ। ਅਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਤੁਸੀਂ ਪੜ੍ਹੀਆਂ 9ਵੀਂ 'ਚ। ਇਸ ਪਾਠ ਵਿੱਚ ਅਸੀਂ ਕਿਉਂਕਿ ਸਾਡੇ ਇਸ ਲੈਸਨ 'ਚ ਅਜੇ ਆਉਣੀਆਂ ਨਹੀਂ, ਜਦੋਂ ਆਉਣਗੀਆਂ ਮੈਂ ਤੁਹਾਨੂੰ ਸਮਝਾਵਾਂਗਾ ਅਪਰਿਮੇਯ ਸੰਖਿਆਵਾਂ ਕੀ ਹੁੰਦੀਆਂ ਨੇ। ਇਸ ਪਾਠ ਵਿੱਚ ਅਸੀਂ ਵਾਸਤਵਿਕ ਸੰਖਿਆਵਾਂ ਬਾਰੇ ਆਪਣੀ ਚਰਚਾ ਜਾਰੀ ਰੱਖਾਂਗੇ। ਇਸ ਭਾਗ ਵਿੱਚ ਅਸੀਂ ਅੰਕ ਗਣਿਤ ਦੀ ਮੂਲਭੂਤ ਪਰਮੇਯ ਥਿਊਰਮ, ਯਾਨੀ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਫੰਡਾਮੈਂਟਲ ਥਿਊਰਮ ਆਫ ਅਰਥਮੈਟਿਕ ਦੇ ਬਾਰੇ ਪੜ੍ਹਾਂਗੇ। ਅੰਕਗਣਿਤ ਦੀ ਮੂਲਭੂਤ ਪਰਮੇਯ ਦਾ ਸੰਬੰਧ ਧਨਾਤਮਕ ਸੰਪੂਰਨ ਸੰਖਿਆਵਾਂ ਦੀ ਗੁਣਾ ਤੋਂ ਹੈ। ਇਹ ਦੇਖ ਲਓ, ਧਨਾਤਮਕ ਸੰਪੂਰਨ ਸੰਖਿਆਵਾਂ ਦੀ ਗੁਣਾ ਤੋਂ ਹੈ। ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਧਨਾਤਮਕ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ। ਧਨਾਤਮਕ ਸੰਪੂਰਨ ਸੰਖਿਆਵਾਂ ਉਹ ਹੁੰਦੀਆਂ ਨੇ ਜਿੱਦਾਂ ਅਸੀਂ 1 ਲੈ ਲਿਆ, 2 ਲੈ ਲਿਆ, 3 ਲੈ ਲਿਆ, 10 ਲੈ ਲਿਆ, 100 ਲੈ ਲਿਆ, ਜਿਹਦੇ ਅੱਗੇ ਮਾਈਨਸ ਨਹੀਂ ਲੱਗਿਆ, ਇਹ ਮਾਈਨਸ ਦਾ ਨਿਸ਼ਾਨ ਨਹੀਂ ਲੱਗਿਆ, ਉਹ ਧਨਾਤਮਕ ਹੈ। ਜਿੱਦਾਂ ਕਿਸੇ ਅੱਗੇ -1, -5, -7, -9, ਇਹ ਸਾਰੀਆਂ ਰਿਣਾਤਮਕ ਹੋ ਗਈਆਂ। ਸਾਡਾ ਲੈਸਨ ਜਿਹੜਾ ਹੈ ਜਾਂ ਜੋ ਅਸੀਂ ਪਰਮੇਯ ਕਰ ਰਹੇ ਹਾਂ, ਉਹਦੇ ਵਿੱਚ ਸਿਰਫ ਧਨਾਤਮਕ ਹੀ ਆਉਣੀਆਂ ਨੇ। ਇਹਨਾਂ ਸੰਖਿਆਵਾਂ ਦੀ ਗੁਣਾ ਤੋਂ ਹੈ। ਇਹ ਜਿਹੜੀਆਂ ਧਨਾਤਮਕ ਸੰਖਿਆਵਾਂ ਨੇ, ਇਹਨਾਂ ਨੂੰ ਆਪਸ 'ਚ ਗੁਣਾ ਕਰਨਾ ਹੈ, ਇਹਦੇ ਬਾਰੇ ਪਰਮੇਯ ਹੈ। ਤੁਸੀਂ ਪਹਿਲਾਂ ਤੋਂ ਜਾਣਦੇ ਹੋ ਕਿ ਹਰ ਇੱਕ ਭਾਜ ਸੰਖਿਆ, ਹੁਣ ਇੱਕ ਸੰਖਿਆ ਹੋ ਗਈ ਭਾਜ ਸੰਖਿਆ। ਸਾਨੂੰ ਸਮਝਣਾ ਪੈਣਾ ਭਾਜ ਕੀ ਹੈ। 9ਵੀਂ ਵੀ ਪੜ੍ਹਿਆ ਹੋਣਾ ਪਰ ਤੁਹਾਨੂੰ ਚੇਤਾ ਭੁੱਲ ਗਿਆ ਹੋਣਾ, ਇਸ ਕਰਕੇ ਤੁਹਾਨੂੰ ਮੈਂ ਦੁਬਾਰਾ ਸਮਝਾਉਣਾ। ਭਾਜ ਸੰਖਿਆ ਉਹ ਹੁੰਦੀ ਹੈ ਜਿਸ ਨੂੰ ਇੱਥੇ ਕਰ ਰਿਹਾ ਉੱਪਰ ਮੈਂ ਭਾਜ, ਜਿਸ ਨੂੰ ਤੁਸੀਂ ਆਪਣੇ ਆਪ ਨਾਲ ਅਤੇ ਕਿਸੇ ਹੋਰ ਨੰਬਰ ਨਾਲ, ਕਿਸੇ ਹੋਰ ਸੰਖਿਆ ਨਾਲ ਭਾਗ ਕਰ ਸਕਦੇ ਹੋ। ਜਿੱਦਾਂ ਆ ਗਿਆ 4, 4 ਨੂੰ ਅਸੀਂ 4 ਨਾਲ ਵੀ ਭਾਗ ਕਰ ਲੈਂਦੇ ਹਾਂ। 4 × 4 ਕੁਛ ਨਹੀਂ ਬਚਿਆ, 4 ਚੋਂ 4 ਘਟਾ ਕੁਛ ਨਹੀਂ ਬਚਿਆ। 4 ਨੂੰ ਅਸੀਂ 2 ਨਾਲ ਵੀ ਭਾਗ ਕਰ ਲੈਂਦੇ ਹਾਂ। 2 ਦੂਣੇ 4। ਅੱਗੇ 5 ਨਹੀਂ ਆਇਆ, 6, 6 ਨੂੰ ਅਸੀਂ 6 ਨਾਲ ਵੀ ਭਾਗ ਕਰ ਲੈਂਦੇ ਹਾਂ। 6 × 6, 6 ਨੂੰ ਅਸੀਂ 2 ਨਾਲ ਵੀ ਭਾਗ ਕਰ ਲੈਂਦੇ ਹਾਂ। 6 × 2 × 6, 6 ਨੂੰ ਅਸੀਂ 3 ਨਾਲ ਵੀ ਭਾਗ ਕਰ ਲੈਂਦੇ ਹਾਂ। 3 ਦੂਣੇ 6। ਠੀਕ ਹੈ। ਇਹ ਸਾਰੀਆਂ ਭਾਜ ਸੰਖਿਆਵਾਂ ਨੇ ਜਿਹਨੂੰ ਅਸੀਂ ਆਪਣੇ ਨਾਲ ਭਾਗ ਕਰ ਲੈ ਸਕਦੇ ਹਾਂ, ਨਾਲੇ ਅਸੀਂ ਕਿਸੇ ਦੂਜੀ ਸੰਖਿਆ ਨਾਲ ਵੀ ਭਾਗ ਕਰ ਸਕਦੇ ਹਾਂ। ਇਹ ਕਿਉਂਕਿ ਅੱਗੇ ਲੈਸਨ ਸਾਡਾ ਬਾਰ-ਬਾਰ ਭਾਜ ਆਉਣਾ ਹੈ, ਇਸ ਕਰਕੇ ਸਮਝਣਾ ਬੜਾ ਜ਼ਰੂਰੀ ਹੈ। ਕਿਸੇ ਵੀ ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਹੁਣ ਆ ਗਈ ਅਭਾਜ ਸੰਖਿਆ। ਅਭਾਜ ਸੰਖਿਆ ਇੱਧਰ ਲਿਖ ਰਿਹਾ ਮੈਂ ਇਸ ਕੋਨੇ ਦੇ। ਅਭਾਜ ਉਹ ਸੰਖਿਆ ਜਿਸ ਨੂੰ ਸਿਰਫ ਆਪਣੇ ਨਾਲ ਹੀ ਭਾਗ ਹੋ ਸਕਦੀ ਹੈ। ਜਿਵੇਂ 2 ਨੂੰ ਅਸੀਂ 2 ਨਾਲ ਹੀ ਭਾਗ ਕਰ ਸਕਦੇ ਹਾਂ। 3 ਨੂੰ ਅਸੀਂ 3 ਨਾਲ ਹੀ ਭਾਗ ਕਰ ਸਕਦੇ ਹਾਂ। 5 ਨੂੰ ਅਸੀਂ 5 ਨਾਲ ਹੀ ਭਾਗ ਕਰ ਸਕਦੇ ਹਾਂ। ਕਿਸੇ ਹੋਰ ਸੰਖਿਆ ਨਾਲ ਭਾਗ ਨਹੀਂ ਕਰ ਸਕਦੇ। ਇਹਨਾਂ ਨੂੰ ਕਹਿੰਦੇ ਅਭਾਜ। ਹੁਣ ਅਸੀਂ ਮੁੜ ਕੇ ਆਪਣੇ ਲੈਸਨ ਪਾਸੇ ਜਾਂਦੇ ਹਾਂ। ਅੰਕਗਣਿਤ ਦੀ ਮੂਲਭੂਤ ਪਰਮੇਯ ਦਾ ਸੰਬੰਧ ਧਨਾਤਮਕ ਸੰਪੂਰਨ ਸੰਖਿਆਵਾਂ ਦੀ ਗੁਣਾ ਤੋਂ ਹੈ। ਤੁਸੀਂ ਪਹਿਲਾਂ ਤੋਂ ਜਾਣਦੇ ਹੋ ਕਿ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਹ ਮਹੱਤਵਪੂਰਨ ਤੱਥ ਅੰਕਗਣਿਤ ਦੀ ਮੂਲਭੂਤ ਥਿਊਰਮ ਹੈ। ਹੁਣ ਤੁਹਾਨੂੰ ਸਮਝਣਾ ਪੈਣਾ ਅੰਕਗਣਿਤ ਦੀ ਮੂਲਭੂਤ ਥਿਊਰਮ ਕੀ ਹੈ।
ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਖਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਇਹ ਹੀ ਅੰਕ ਗਣਿਤ ਦੀ ਮੂਲਭੂਤ ਧੁਰਮ ਹੈ। ਫਿਰ ਵੀ ਇਹ ਫਿਰ ਤੋਂ ਇਹ परिणाम ਕਹਿਣ ਨੂੰ ਤੇ ਸਮਝਣ ਨੂੰ ਬੜਾ ਸੌਖਾ ਹੈ ਜਾਂ ਸਰਲ ਹੈ, ਪਰੰਤੂ ਗਣਿਤ ਦੇ ਖੇਤਰ ਵਿੱਚ ਇਸ ਦੀਆਂ ਬਹੁਤ ਵਿਸ਼ੇਸ਼ਤਾਵਾਂ ਹਨ। ਇੱਥੇ ਅਸੀਂ ਅੰਗਣੀ ਦੀ ਮੂਲਭੂਤ ਥਿਉਰਮ ਦੀ ਵਿਸ਼ੇਸ਼ਤਾ ਦੇਖਾਂਗੇ। ਇਸ ਦਾ ਪ੍ਰਯੋਗ ਜਮਾਤ 9ਵੀਂ ਵਿੱਚ ਪੜ੍ਹੀਆਂ ਗਈਆਂ ਕੁਝ ਸੰਖਿਆਵਾਂ ਜਿਵੇਂ ਵਰਗਮੂਲ 2, ਵਰਗਮੂਲ 3 ਅਤੇ ਵਰਗਮੂਲ 5 ਆਦਿ ਦੀ ਅਪਰਿਮੇਯਤਾ, ਇਹ ਸੰਖਿਆਵਾਂ ਅਪਰਿਮੇय ਨੇ, ਅਪਰਿਮੇਯਤਾ ਸਿੱਧ ਕਰਨ ਦੀ ਕਰਾਂਗੇ। ਅੰਗਣੀ ਦੀ ਮੂਲਭੂਤ ਪ੍ਰਮੇय ਤੁਸੀਂ ਪਿਛਲੀ ਜਮਾਤਾਂ ਵਿੱਚ ਦੇਖ ਸਕਦੇ ਹੋ। ਕਿਸੇ ਵੀ ਪ੍ਰਕਿਰਤਿਕ ਸੰਖਿਆ, ਹੁਣ ਇੱਕ ਸੰਖਿਆ ਹੋਰ ਨਵੀਂ ਆ ਗਈ, ਪ੍ਰਕਿਰਤਿਕ ਸੰਖਿਆ। ਅਸੀਂ ਸਵਾਲ ਕਰਨੇ ਆ, ਇਹ ਚੀਜ਼ ਸਮਝਣੀ ਬੜੀ ਜ਼ਰੂਰੀ ਹੁੰਦੀ ਸਵਾਲ ਤੋਂ ਪਹਿਲੇ। ਕਿਸੇ ਵੀ ਪ੍ਰਕਿਰਤਿਕ ਸੰਖਿਆ ਕੀ ਹੁੰਦੀ? ਜਿੱਦਾਂ ਅਸੀਂ ਕਹਿ ਸਕਦੇ ਹਾਂ ਇੱਕ ਪੈਨ, ਇੱਕ ਫੋਨ, 4 ਕੁਰਸੀਆਂ, 10 ਮੰਜੇ। ਸਮਝ ਰਹੇ ਹੋ ਮੇਰੀ ਗੱਲ? ਅਸੀਂ ਇਹ ਨਹੀਂ ਕਹਿ ਸਕਦੇ 0 ਪੈਨ, 0 ਕੁਰਸੀਆਂ। ਜਿਸ ਸੰਖਿਆ ਨਾਲ ਅਸੀਂ ਕਿਸੇ ਚੀਜ਼ ਨੂੰ ਗਿਣਤੀ ਕਰ ਸਕਦੇ ਹਾਂ ਉਹਨੂੰ ਪ੍ਰਕਿਰਤਿਕ ਸੰਖਿਆ ਕਹਿੰਦੇ ਨੇ। ਤੁਸੀਂ ਪਿਛਲੀ ਜਮਾਤਾਂ ਵਿੱਚ ਦੇਖ ਚੁੱਕੇ ਹੋ ਕਿ ਕਿਸੇ ਵੀ ਪ੍ਰਕਿਰਤਿਕ ਸੰਖਿਆ ਨੂੰ ਉਸਦੇ ਅਭਾਜ ਗੁਣਨਖੰਡਾਂ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ 2 ਬਰਾਬਰ ਹੈ 2। 2 ਦੇ ਗੁਣਨਖੰਡ ਕੀ ਬਣ ਗਏ? 2 ਬਰਾਬਰ ਹੈ 2 ਗੁਣਾ 1। 1 ਨੂੰ ਅਸੀਂ ਆਮ ਤੌਰ ਤੇ ਲਿਖਦੇ ਨਹੀਂ, ਇਸ ਕਰਕੇ 2 ਬਰਾਬਰ ਹੈ 2 ਦਿੱਤਾ ਹੋਇਆ ਇੱਥੇ। 4 ਬਰਾਬਰ ਹੈ 2 ਗੁਣਾ 2। ਆਓ ਹੁਣ ਕੁਝ ਪ੍ਰਕਿਰਤਿਕ ਸੰਖਿਆਵਾਂ ਉੱਤੇ ਇੱਕ ਹੋਰ ਦ੍ਰਿਸ਼ਟੀਕੋਣ ਤੇ ਵਿਚਾਰ ਕਰੀਏ। ਆਪਾਂ ਇਹ ਦੇਖੀਏ ਕਿ ਅਭਾਜ ਸੰਖਿਆਵਾਂ ਦੀ ਗੁਣਾ ਕਰਕੇ ਹੁਣ ਸਾਨੂੰ ਸਮਝਣਾ ਪੈਣਾ ਅਭਾਜ ਸੰਖਿਆਵਾਂ ਹੁੰਦੀਆਂ ਕਿਹੜੀਆਂ-ਕਿਹੜੀਆਂ ਨੇ। ਸਭ ਤੋਂ ਛੋਟੀ ਅਭਾਜ ਸੰਖਿਆ ਹੁੰਦੀ ਹੈ 2, ਫਿਰ ਆ ਗਿਆ 3, ਫਿਰ ਆ ਗਿਆ 5, ਫਿਰ ਆ ਗਿਆ 7, 9, 11, 13, 17, 19। ਦੇਖ ਲਓ ਨਾ, ਅੱਗੇ ਨੂੰ ਵਧੀ ਜਾਣੀਆਂ। ਜਾਂ 23, ਮੈਂ ਥੋੜ੍ਹੀਆਂ ਜਿਹੀਆਂ ਲਿਖੀਆਂ ਨੇ ਤੁਹਾਡੇ ਸਮਝਣ ਵਾਸਤੇ। ਚਲੋ ਇੱਥੇ 23 ਦਿੱਤਾ ਹੋਇਆ, ਅਸੀਂ 23 ਲਿਖ ਲੈਂਦੇ ਹਾਂ। ਭਾਵ ਇਹ ਦੇਖੀਏ ਕਿ ਅਭਾਜ ਸੰਖਿਆਵਾਂ ਦੇ ਗੁਣਾ ਕਰਕੇ ਇੱਕ ਪ੍ਰਕਿਰਤਿਕ ਸੰਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਅਸੀਂ ਇਹਨਾਂ ਨੂੰ 2 ਨੂੰ ਗੁਣਾ ਕਰਾਂਗੇ, ਫਿਰ ਇਹਨਾਂ 2 ਨੂੰ ਗੁਣਾ ਕਰਾਂਗੇ, ਫਿਰ ਅਸੀਂ ਇਹਨਾਂ 2 ਨੂੰ ਗੁਣਾ ਕਰਾਂਗੇ। 2 ਗੁਣਾ 3 ਬਰਾਬਰ 6 ਪ੍ਰਕਿਰਤਿਕ ਸੰਖਿਆ ਬਣ ਗਈ। 3 ਗੁਣਾ 5 ਬਰਾਬਰ 15, ਇਹ ਵੀ ਪ੍ਰਕਿਰਤਿਕ ਸੰਖਿਆ ਹੈ। 5 ਗੁਣਾ 7 ਇਹ ਵੀ ਪ੍ਰਕਿਰਤਿਕ ਸੰਖਿਆ ਹੈ। ਅਸੀਂ ਜਾਂਚ ਕਰ ਲਈ। ਇੱਥੇ ਇਹਨਾਂ ਨੇ ਵੱਡੀਆਂ ਰਕਮਾਂ ਦਿੱਤੀਆਂ ਹੋਈਆਂ, ਅਸੀਂ ਜ਼ਿਆਦਾ ਟੈਕਨੀਕਲਿਟੀ 'ਚ ਨਹੀਂ ਜਾਂਦੇ। ਹੁਣ ਇੱਥੇ ਇਹਨਾਂ ਨੇ ਦਿੱਤਾ ਹੋਇਆ ਸਾਨੂੰ ਧਨਾਤਮਕ ਸੰਖਿਆਵਾਂ ਦੇ ਗੁਣਨਖੰਡ। ਦੇਖੋ ਅਸੀਂ ਜਦੋਂ ਛੋਟੀਆਂ ਜਮਾਤਾਂ ਪੜ੍ਹਦੇ ਸੀਗੇ, ਸਾਨੂੰ ਗੁਣਨਖੰਡ ਇੱਦਾਂ ਕਰਨੇ ਪੈਂਦੇ ਸੀ। ਮੰਨ ਲਓ ਅਸੀਂ 20 ਦਾ ਗੁਣਨਖੰਡ ਕੱਢਣਾ ਹੈ, ਅਸੀਂ ਸਭ ਤੋਂ ਛੋਟੀ ਸੰਖਿਆ ਨਾਲ ਭਾਗ ਦਿੰਦੇ ਸੀ। 2 ਨਾਲ ਉੱਡਦਾ ਨੇ, 2 ਦਾ ਪੜਾ ਪੜਿਆ 2 ਦਾ 20, ਫਿਰ 2 ਨਾਲ ਉੱਡਦਾ ਹੈ 2, 2 ਪੰਜੇ 10, 5 ਦਾ ਪੜਾ ਪੜਿਆ ਸੀ 5 × 5। ਗੁਣਨਖੰਡ ਕੀ ਆ ਗਏ? 2 ਗੁਣਾ 2 ਗੁਣਾ 5। ਉਹੀ ਚੀਜ਼ ਇਹਨਾਂ ਨੇ ਤੇ ਦੂਜੇ ਤਰੀਕੇ ਨਾਲ ਦਿੱਤੀ ਹੋਈ, ਇਹਨੂੰ ਕਹਿੰਦੇ ਆ ਫੈਕਟਰ ਟਰੀ। ਇਹ ਦੇਖੋ ਗੁਣਨਖੰਡ ਰੁੱਖ, ਫੈਕਟਰ ਟਰੀ। ਚੀਜ਼ ਦੋਵੇਂ ਇੱਕੋ ਹੀ ਨੇ, ਇਹ ਸਿਰਫ ਸਟਾਈਲ ਥੋੜ੍ਹਾ ਵੱਖਰਾ, ਬਸ ਸਿਰਫ ਸਮਝਣ ਵਾਸਤੇ ਵੱਖਰਾ ਹੈ, ਕਰਨ ਵਾਸਤੇ ਵੱਖਰਾ। ਇੱਥੋਂ ਦੇਖ ਲਓ, ਇਹ ਆ ਗਈ ਸਾਡੀ ਮੂਲ ਰਕਮ ਜਿਹਦੇ ਅਸੀਂ ਫੈਕਟਰ ਕਰਨੇ ਆ। ਇੱਥੇ ਮੂਲ ਰਕਮ ਇਹ ਆ ਗਈ, ਇਹਨੂੰ 2 ਨਾਲ ਉਡਾਇਆ, ਇਹਨੂੰ ਅਸੀਂ 2 ਨਾਲ ਉਡਾਇਆ। ਉਡਾਨ ਤੇ ਆਇਆ ਕਿ ਇਹ ਆ ਗਿਆ ਸਾਡਾ ਉਡਾਨ ਤੇ ਇਹ ਆ ਗਿਆ। ਫਿਰ ਇਹਨੂੰ ਅਸੀਂ 2 ਨਾਲ ਉਡਾਇਆ, ਇੱਥੇ ਦੁਬਾਰਾ 2 ਨਾਲ ਉਡਾਇਆ। ਉਡਾਨ ਤੇ ਆਇਆ ਕਿ ਇਹ ਆਇਆ, ਸਾਡਾ ਇੱਥੇ ਇਹ ਆਇਆ। ਇੱਕੋ ਚੀਜ਼ ਹੈ ਦੋਵੇਂ, ਸਿਰਫ ਸਮਝਾਉਣ ਵਾਸਤੇ ਤਰੀਕਾ ਥੋੜ੍ਹਾ ਅਲੱਗ ਜਿਹਾ ਤਰੀਕਾ ਹੈ। ਅਸੀਂ ਹੁਣ ਅੱਗੇ ਇਹਨੂੰ ਗੁਣਨਖੰਡ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਕੁਝ ਸਮਝਣਾ ਪੈਣਾ ਤੁਹਾਨੂੰ ਹੋਰ। ਗੁਣਨਖੰਡ ਛੇਤੀ ਕਿੱਦਾਂ ਕਰੋਗੇ ਤੁਸੀਂ? ਕਿਉਂਕਿ ਹਰ ਵਾਰ ਤੁਸੀਂ ਭਾਗ ਦੇ ਨਹੀਂ ਸਕਦੇ। ਕੀ ਕਰਨਾ ਪੈਣਾ ਹੁਣ, ਥੋੜ੍ਹਾ ਜਿਹਾ ਧਿਆਨ ਰੱਖਿਓ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਜੇ ਤੁਸੀਂ ਇਹ ਸਮਝ ਗਏ, ਤੁਹਾਨੂੰ ਗੁਣਨਖੰਡ ਵਾਸਤੇ ਕਦੇ ਸਮੱਸਿਆ ਨਹੀਂ ਆਏਗੀ। ਅਸੀਂ ਇੱਥੇ 2 ਨਾਲ ਭਾਗ ਕੀਤਾ ਹੋਇਆ, 2 ਨਾਲ ਭਾਗ ਕਰਨਾ ਸਾਨੂੰ ਕਿੱਦਾਂ ਪਤਾ ਲੱਗੇ ਕਿ 2 ਨਾਲ ਉੱਡਦਾ ਜਾਂ ਨਹੀਂ ਉੱਡਦਾ? ਜਿਸ ਵੀ ਨੰਬਰ ਦੇ, ਜਿਸ ਵੀ ਸੰਖਿਆ ਦੇ ਇਕਾਈ ਵਿੱਚ 2, 4, 6, 8 ਅਤੇ 0 ਆਉਂਦਾ ਹੋਵੇ, ਤੁਸੀਂ ਬਿਨਾਂ ਸੋਚੇ ਉਹਨੂੰ 2 ਨਾਲ ਉਡਾ ਦੇਣਾ ਹੈ। ਇੱਕ ਵਾਰ ਫਿਰ ਸੁਣ ਲਓ, ਜਿਸ ਵੀ ਨੰਬਰ ਦੇ, ਜਿਸ ਵੀ ਸੰਖਿਆ ਦੇ ਇਕਾਈ ਵਿੱਚ 2, 4, 6, 8 ਤੇ 0 ਆਉਂਦਾ ਹੋਵੇ, ਉਹ 2 ਨਾਲ ਉੜ ਜਾਂਦਾ ਹੈ। ਠੀਕ ਹੈ, ਜਿੱਦਾਂ ਇੱਥੇ ਵੀ 0 ਹੈ,
2 ਨਾਲ ਉੱਡਿਆ ਪਿਆ, ਇੱਥੇ ਵੀ 0 2 ਨਾਲ ਉੱਡਿਆ ਪਿਆ, ਇੱਥੇ ਵੀ 0 2 ਨਾਲ ਉੱਡਿਆ ਪਿਆ, ਇੱਥੇ ਵੀ 0 2 ਨਾਲ ਉੱਡਿਆ ਪਿਆ, ਇੱਥੇ 5 ਹੈ, ਹੁਣ 2 ਨਾਲ ਨਹੀਂ ਉੱਡਿਆ, ਕਿਉਂਕਿ ਇੱਥੇ 5 ਅਸੀਂ ਕੀ ਕੀਤਾ, 5 2 ਨਾਲ ਨਹੀਂ ਉੱਡਦਾ, ਪਹਿਲਾਂ ਚੈੱਕ ਕੀਤਾ ਸੀ। ਹੁਣ ਕਿਹਦੇ ਨਾਲ ਅਸੀਂ ਚੈੱਕ ਕਰਨਾ, ਪਹਿਲਾਂ ਸਭ ਤੋਂ ਪਹਿਲਾਂ ਛੋਟੇ ਨਾਲ, ਸਭ ਤੋਂ ਛੋਟੇ ਨਾਲ ਚੈੱਕ ਕੀਤਾ ਸੀ, 2 ਨਾਲ ਕੀਤਾ, ਹੁਣ ਅਸੀਂ 3 ਨਾਲ ਚੈੱਕ ਕਰਨਾ, ਇਹਨੂੰ ਅਸੀਂ 3 ਨਾਲ ਚੈੱਕ ਕਰਾਂਗੇ ਕਿ 3 ਨਾਲ ਉੱਡਦਾ ਨਹੀਂ ਉੱਡਦਾ। 3 ਨਾਲ ਚੈੱਕ ਕਰਨ ਵਾਸਤੇ ਅਸੀਂ ਸਾਰਿਆਂ ਨੂੰ ਟੋਟਲ ਕਰ ਲਾਂਗੇ, 40 95 ਆ ਗਿਆ, ਇਹਨੂੰ ਅਸੀਂ ਆਪਸ ਜਮ੍ਹਾਂ ਕਰ ਲੈਣਾ, 4 ਜਮ੍ਹਾਂ 0 ਜਮ੍ਹਾਂ 9 ਜਮ੍ਹਾਂ 5, 5 ਨਾਲ 14 4 18, ਜੋ ਵੀ ਜੋੜ ਆਇਆ ਉਹਨੂੰ ਅਸੀਂ 3 ਨਾਲ ਭਾਗ ਕਰ ਦਿਆਂਗੇ। ਜੇ 3 ਨਾਲ ਭਾਗ ਜੋੜ ਹੋ ਜਾਏਗਾ, ਇਹਦਾ ਮਤਲਬ ਇਹ ਹੈ ਕਿ ਇਹ ਸੰਖਿਆ 3 ਨਾਲ ਡਿਵਾਈਡ ਹੋ ਜਾਣੀ ਹੈ, 3 ਨਾਲ ਗੁਣਨਖੰਡ ਬਣ ਜਾਣੇ ਨੇ। 18 18 3 ਨਾਲ ਜਾਂਦਾ ਹੈ, ਇਸ ਕਰਕੇ ਇਹ 3 ਨਾਲ ਚਲਾ ਗਿਆ, 1365 ਆਇਆ। ਫਿਰ ਇਹਨੂੰ ਅਸੀਂ ਟੋਟਲ ਮਾਰ ਲਿਆ, ਪਤਾ ਨਹੀਂ ਜਾਂਦਾ ਨਹੀਂ ਜਾਂਦਾ, ਇੱਕ ਵਾਰ ਫਿਰ ਟੋਟਲ ਮਾਰ ਲਿਆ ਮਨਮਾਨੇ ਵਿੱਚ ਹੀ। ਇੱਥੇ ਮੈਂ ਲਿਖ ਕੇ ਕਰ ਰਿਹਾ, ਤੁਸੀਂ ਮਨਮਾਨ 'ਚ ਹੀ ਕਰਨਾ, ਕਿਉਂਕਿ ਵੱਡੀਆਂ ਕਲਾਸਾਂ 'ਚ ਪੜ੍ਹਦੇ ਤੁਹਾਨੂੰ ਬਾਰ ਬਾਰ ਲਿਖਣ ਦੀ ਲੋੜ ਨਹੀਂ ਪੈਣੀ ਚਾਹੀਦੀ, ਸਮਝਾਉਣ ਵਾਸਤੇ ਮੈਂ ਬਾਰ ਬਾਰ ਲਿਖ ਰਿਹਾ। 6 5 11 3 14 1 15, 15 ਵੀ 3 ਨਾਲ ਜਾਂਦਾ ਹੈ, ਫਿਰ 3 ਨਾਲ ਚਲਾ ਗਿਆ। ਫਿਰ 3 ਦੇ ਬਾਅਦ ਅਗਲਾ ਨੰਬਰ ਕਿਹੜਾ ਦੱਸਿਆ ਸੀ ਤੁਹਾਨੂੰ ਮੈਂ, 2 3 5 7 11 ਇੱਦਾਂ ਲਿਖੀ ਸੀ ਨਾ ਮੈਂ ਅਪਾਜ ਨੰਬਰ। ਹੁਣ 3 ਨਾਲ ਇਹ ਵੀ ਅਸੀਂ ਚੈੱਕ ਕਰ ਲਿਆ, ਜਾਂਦਾ ਉੜ ਗਿਆ 3 ਵਾਲੇ ਵੀ। ਹੁਣ ਆ ਗਿਆ 455, ਹੁਣ ਅਸੀਂ ਇਹਨੂੰ ਦੁਬਾਰਾ ਜਮ੍ਹਾਂ ਕਰ ਲਿਆ, 4 ਜਮ੍ਹਾਂ, ਅਸੀਂ ਪਹਿਲਾਂ ਚੈੱਕ ਕਰਨਾ ਕਿ ਜਾਂਦਾ ਜਾਂ ਨਹੀਂ ਜਾਂਦਾ, ਫਿਰ ਅਸੀਂ ਭਾਗ ਕਰਨਾ, 5 5 10 4 14, 14 3 ਨਾਲ ਨਹੀਂ ਜਾਂਦਾ। ਹੁਣ ਅਸੀਂ ਅਗਲੀ ਸੰਖਿਆ ਦੇਖਣੀ ਹੈ, ਅਗਲੀ ਕਿਹੜੀ ਹੈ 5, 5 ਨਾਲ ਜਾਂਦਾ, ਇਕਾਈ 'ਚ ਕੀ ਹੈ 5 ਨਾਲ ਅਸੀਂ ਕਿੱਦਾਂ ਚੈੱਕ ਕਰਦੇ ਹਾਂ, 5 1 5, 5 2 10, 5 3 15, 5 ਚੌਕੇ 20, 5 5 25, 5 6 30, 5 7 35, 5 8 40, 5 9 45, 5 10 50। ਜਿਸ ਦੀ ਇਕਾਈ ਵਿੱਚ 5 ਅਤੇ 0 ਹੋਏਗਾ ਉਹ 5 ਨਾਲ ਉੱਡ ਜਾਣੀ ਹੈ। ਇਸ ਦੀ ਇਕਾਈ ਵਿੱਚ 5 ਹੈ ਨਾ ਇੱਥੇ ਲਾਸਟ 'ਚ, ਇਹਦਾ ਮਤਲਬ 5 ਨਾਲ ਉੱਡ ਜਾਣਾ ਹੈ। ਅਸੀਂ 5 ਨਾਲ ਉਡਾਤਾ, 91 ਆ ਗਿਆ। ਹੁਣ ਫਿਰ ਦੇਖੋ 91 ਨਾ ਤੇ 2 ਨਾਲ ਜਾਣਾ ਸੀ, ਚੈੱਕ ਕਰ ਲਿਆ, 3 ਨਾਲ ਵੀ ਚੈੱਕ ਕਰ ਬੈਠੇ ਹਾਂ, ਜਾਣਾ ਹੁੰਦਾ ਪਿੱਛੇ 'ਚ 3 ਨਾਲ ਚਲੇ ਜਾਣਾ ਸੀ, ਹੁਣ 5 ਨਾਲ ਵੀ ਜਾਣਾ। ਹੁਣ 7 ਨਾਲ ਚੈੱਕ ਕਰਦੇ ਹਾਂ, 7 ਨਾਲ ਅਸੀਂ ਭਾਗ ਕੀਤੀ ਹੈ, 7 ਨਾਲ ਭਾਗ ਹੀ ਕਰਨੀ ਪੈਣੀ ਹੈ। ਆ ਗਿਆ 13 7 91, ਹੁਣ 13 ਲਾਸਟ ਆ ਗਿਆ, 13 ਕਿਸੇ ਨਾਲ ਨਹੀਂ ਜਾਂਦਾ, 13 ਨਾਲ ਹੀ ਜਾਣਾ ਹੈ। ਠੀਕ, ਇਹ ਉਹਨੇ ਇੱਕ ਟਰੀ ਬਣਾਇਆ ਹੋਇਆ ਚੀਜ਼, ਇਹ ਤੇ ਇਹ ਦੋਵੇਂ ਹੈ ਸੇਮ ਨੇ, ਸਿਰਫ ਸਮਝਣ ਦੀ ਗੱਲ ਹੈ ਬਸ। ਤੁਸੀਂ ਪਿਛਲੀਆਂ ਜਮਾਤਾਂ ਵਿੱਚ ਇਹ ਪੜ੍ਹ ਚੁੱਕੇ ਹੋ ਕਿ 2 ਧਨਾਤਮਕ ਸੰਪੂਰਨ ਸੰਖਿਆਵਾਂ, ਖਿਆਲ ਰੱਖਿਓ ਜਿਹੜੀ ਚੀਜ਼ ਮੈਂ ਅੰਡਰਲਾਈਨ ਕਰਦਾ ਉਹਦਾ ਖਿਆਲ ਰੱਖਣਾ ਹੈ। 2 ਧਨਾਤਮਕ ਸੰਪੂਰਨ ਸੰਖਿਆਵਾਂ ਦਾ HCF ਮਹੱਤਵ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਅੰਕ ਗਣਿਤ ਦੇ ਮੂਲਭੂਤ ਪ੍ਰਮੇୟ ਦਾ ਪ੍ਰਯੋਗ ਕਰਕੇ ਕਿਸ ਤਰ੍ਹਾਂ ਪਤਾ ਕੀਤੇ ਜਾਂਦੇ ਹਨ, ਇਹ ਤੁਸੀਂ ਪਿੱਛੇ ਪੜ੍ਹਿਆ ਹੈ। ਇਸ ਤਰ੍ਹਾਂ ਕਰਦੇ ਸਮੇਂ ਇਸ ਪ੍ਰਮੇୟ ਦੇ ਨਾਂ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਇਸ ਤਰੀਕੇ ਨੂੰ ਅਪਾਜ ਗੁਣਖੰਡ ਵਿਧੀ ਵੀ ਕਹਿੰਦੇ ਹਨ। ਆਓ ਇੱਕ ਉਦਾਹਰਨ ਸਹਿਤ ਤੁਹਾਨੂੰ ਸਮਝਾਉਂਦੇ ਹਾਂ। ਦੇਖੋ ਇੱਥੇ ਉਦਾਹਰਨ ਦਿੱਤੀ ਹੈ, ਸੰਖਿਆਵਾਂ 6 ਅਤੇ 20 ਦਾ ਅਪਾਜ ਗੁਣਖੰਡ ਵਿਧੀ ਨਾਲ HCF ਤੇ LCM ਪਤਾ ਕਰੋ। ਫਾਰਮੂਲਾ ਦੇਖ ਲਓ ਕੀ ਹੈ, ਭਾਜ ਗੁਣਖੰਡ। ਅਸੀਂ ਕੀ ਕਰਾਂਗੇ, ਪਹਿਲਾਂ ਇੱਧਰ ਲੈ ਲੈਂਦੇ ਹਾਂ, ਅਸੀਂ 6 ਦੇ ਗੁਣਖੰਡ ਬਣਾਉਂਦੇ ਹਾਂ। ਦੋ ਪੜ੍ਹਿਆ ਸੀ, 2 3 6, 2 ਨਾਲ ਨਹੀਂ ਉੜਦਾ, 3 1 3, ਕੀ ਆ ਗਿਆ 2 ਤੇ 3, 6 ਬਰਾਬਰ ਹੈ 2 ਗੁਣਾ 3। ਦੂਜੀ ਰਕਮ ਕੀ ਹੈ 20, 20 ਦਾ ਅਸੀਂ ਗੁਣਖੰਡ ਕੱਢ ਲੈਂਦੇ ਹਾਂ, ਇਹ ਵੀ 2 ਨਾਲ ਜਾਂਦੀ ਹੈ, 10 ਦੂਣੇ 20, ਫਿਰ 2 ਨਾਲ ਜਾਂਦਾ ਹੈ, 5 ਦੂਣੇ 10, ਹੁਣ ਜਾਂਦਾ 5 ਨਾਲ, 5 1 5, 20 ਬਰਾਬਰ ਹੈ 2 ਗੁਣਾ 5। ਇੰਨਾ ਸਮਝ ਗਏ ਹੋਣੇ ਤੁਸੀਂ। ਹੁਣ ਅਸੀਂ ਕੱਢਾਂਗੇ HCF। HCF ਕੀ ਆ ਗਿਆ, ਉਹ ਸੰਖਿਆ, ਉਹ ਨੰਬਰ, ਉਹ ਅਪਾਜ ਸੰਖਿਆ ਜਿਹੜੀ ਦੋਵਾਂ 'ਚ ਹੈ। ਇੱਥੇ ਅੱਗੇ ਜਿੱਦਾਂ ਇੱਥੇ 3 ਹੈ, ਇੱਥੇ 3 ਹੁੰਦਾ, ਇਹ 3 ਵੀ ਨਾਲ ਹੋਣਾ ਸੀ, ਗੁਣਨਖੰਡ ਹਨ। ਠੀਕ ਹੈ, ਇਸ ਸੀਨ ਵਿੱਚ, ਇਸ ਕੁਐਸਚਨ ਵਿੱਚ ਸਿਰਫ 2 ਹੈ। HCF ਕਿੰਨਾ ਆ ਗਿਆ 2, LCM ਕਿੰਨਾ ਆ ਗਿਆ। ਹੁਣ ਇਹ ਦੇਖੋ ਇਹ ਪੇਅਰ 'ਚ ਹੈ, 2 ਗੁਣਾ 2,
ਇਹ ਕੀ ਹੋ ਗਿਆ 2 ਦਾ ਵਰਗ 2 ਗੁਣਾ 5। ਹੁਣ ਇਹ ਇਕੱਲਾ ਹੈ, ਇਹ ਅਸੀਂ ਨਹੀਂ ਲੈਣਾ, ਅਸੀਂ ਇਹ ਪੇਅਰ ਲਿਆ ਜਿਨ ਇੱਕ 2 ਹੋਰ ਹੁੰਦਾ 20 ਦੀ 40 ਹੁੰਦਾ, ਇੱਥੇ ਆਉਣਾ ਸੀ 2 ਗੁਣਾ 2 ਗੁਣਾ 2 ਗੁਣਾ 5 2 ਦੀ ਪਾਵਰ 3, ਤਾਂ ਅਸੀਂ 2 ਦੀ 3 ਪਾਵਰ 3 ਲੈਣੀ ਸੀਗੀ। ਤੇ 2 2 ਨੇ 4 4 5 20 20 ਦੀ ਇਹਦੇ ਨਾਲ ਗੁਣਾ ਹੋਈ, ਇਹ ਵੀ ਸ਼ਾਮਲ ਹੈ 20 30 60 2 ਦੀ ਪਾਵਰ 2 ਗੁਣਾ 3 ਗੁਣਾ 5 बराबर है 4 गुणा 15 60। HCF आ गया 2 LCM आ गया साडा 60। ਇੱਥੇ ਦਿੱਤਾ ਹੋਇਆ ਦੇਖੋ, ਇੱਥੇ 6 ਬਰਾਬਰ ਹੈ 2 ਗੁਣਾ 3 ਅਤੇ 20 ਬਰਾਬਰ ਹੈ 2 ਗੁਣਾ 2 ਗੁਣਾ 5 2 ਦੀ ਪਾਵਰ ਜਾਂ 2 ਦੀ ਘਾਤ 5 ਗੁਣਾ 5। ਤੁਸੀਂ ਹੱਲ ਤੇ ਇੱਥੇ ਕੁਐਸਚਨ ਹੋ ਗਿਆ ਤੁਹਾਡਾ। ਅਸੀਂ ਅੱਗੇ ਵਧ ਰਹੇ ਹਾਂ, ਜਿਸ ਤਰ੍ਹਾਂ ਤੁਸੀਂ ਪਿਛਲੀ ਜਮਾਤਾਂ ਵਿੱਚ ਕਰ ਚੁੱਕੇ ਹੋ HCF ਤੇ LCM ਕੱਢ ਸਕਦੇ ਹਾਂ। ਹੁਣ ਧਿਆਨ ਦਿਓ, ਇਹਨਾਂ ਦੋਵਾਂ ਦਾ HCF ਕਿੰਨਾ ਹੈ 2। ਸੰਖਿਆਵਾਂ ਦੇ ਹਰ ਇੱਕ ਸਾਂਝੇ ਅਭਾਜ ਗੁਣਨਖੰਡ ਦੀ ਸਭ ਤੋਂ ਛੋਟੀ ਘਾਤ ਦਾ ਗੁਣਨਫਲ ਹੈ। ਪਹਿਲੀ ਗੱਲ ਹੈ ਸਾਂਝੇ, ਮਤਲਬ ਦੋਹਾਂ ਵਿੱਚ ਹੋਣਾ ਚਾਹੀਦਾ, ਦੋਹਾਂ ਸੰਖਿਆਵਾਂ ਵਿੱਚ ਹੋਣਾ ਚਾਹੀਦਾ, ਤਿੰਨ ਸੰਖਿਆਵਾਂ ਤਿੰਨਾਂ 'ਚ ਹੋਣਾ ਚਾਹੀਦਾ। ਅਭਾਜ ਗੁਣਨਖੰਡ, ਇਹ ਅਭਾਜ ਗੁਣਨਖੰਡੀ ਹੈ ਦੀ ਸਭ ਤੋਂ ਛੋਟੀ ਘਾਤ, ਇੱਥੋਂ ਸਭ ਤੋਂ ਛੋਟੀ ਘਾਤ ਇਹ ਹੈ। 3 ਹੈ ਤੇ ਛੋਟੀ ਘਾਤ, ਪਰ ਸਾਂਝਾ ਹੈ ਨਹੀਂ, ਇਸ ਕਰਕੇ ਇਸ 3 ਨੂੰ ਅਸੀਂ ਲਿਆ ਨਹੀਂ। ਐਲਸੀਐਮ ਕੀ ਆ ਗਿਆ, ਸੰਖਿਆਵਾਂ ਵਿੱਚ ਆਏ ਹਰ ਇੱਕ ਅਭਾਜ ਗੁਣਨਖੰਡ ਦੀ ਵੱਡੀਆਂ ਘਾਤ, ਸਭ ਤੋਂ ਵੱਡੀਆਂ ਘਾਤਾਂ ਦਾ ਗੁਣਨਖੰਡ। ਹੁਣ ਦੇਖੋ ਇੱਥੇ ਸਭ ਤੋਂ ਵੱਡੀ ਘਾਤ ਕਿਹੜੀ ਹੈ 2 ਦੀ 2, ਫਿਰ 3 ਆ ਗਿਆ, ਇਹਦੀ ਘਾਤ 1 ਹੈ, ਇਹਦੀ ਘਾਤ 1 ਹੈ। ਅਸੀਂ ਵੱਡੇ ਤੋਂ ਲੈ ਕੇ ਛੋਟੇ ਤੱਕ ਕਰਾਂਗੇ, ਆ ਗਿਆ 60। ਉਪਰੋਕਤ ਉਦਾਹਰਨ ਵਿੱਚ ਤੁਸੀਂ ਵੇਖਿਆ ਹੋਏਗਾ ਕਿ HCF 6B ਦਾ ਅਸੀਂ HCF ਲਿਆ ਤੇ 6B ਦਾ LCM ਲਿਆ, ਕਿਹਦੇ ਬਰਾਬਰ ਹੈ 6 ਗੁਣਾ 20 ਦੇ ਬਰਾਬਰ ਹੈ। ਅਸਲ ਵਿੱਚ ਅੰਕਗਣਿਤ ਦੀ ਮੂਲਭੂਤ ਪ੍ਰਮੇୟ ਦਾ ਪ੍ਰਯੋਗ ਕਰਕੇ ਅਸੀਂ ਇਸ ਦੀ ਜਾਂਚ ਵੀ ਕਰ ਸਕਦੇ ਹਾਂ। ਅਸੀਂ ਤੀਜੀ ਉਦਾਹਰਨ ਵਿੱਚ ਜਾਂਚ ਕਰਦੇ ਹਾਂ। ਅਭਾਜ ਗੁਣ ਉਦਾਹਰਨ ਤੀਜੀ ਹੈ, ਅਭਾਜ ਗੁਣ ਗੁਣਨਖੰਡ ਵਿਧੀ ਦੁਆਰਾ 96 ਅਤੇ 404 ਦਾ HCF ਪਤਾ ਕਰੋ। ਪਹਿਲਾਂ ਕਰਾਂਗੇ 96 ਦਾ, ਦੋ ਨਾਲ ਜਾਂਦਾ 48, ਫਿਰ 2 ਨਾਲ ਜਾਂਦਾ 24, ਫਿਰ 2 ਨਾਲ ਜਾਂਦਾ 12, ਫਿਰ 2 ਨਾਲ ਜਾਂਦਾ 6, ਫਿਰ 2 ਨਾਲ ਜਾਂਦਾ 3, ਫਿਰ 1 ਨਾਲ ਜਾਂਦਾ 3। ਕੀ ਹੋ ਗਿਆ, ਇਹ ਕਿੰਨੇ 1 2 3 4 5, 96 ਬਰਾਬਰ ਹੈ 2 ਦੀ ਘਾਤ 5 ਗੁਣਾ 3, 2 ਨੇ 4 ਦੁਨੇ 8 ਦੁਨੇ 16 ਦੁਨੇ 32, ਠੀਕ ਹੈ 404। ਹੁਣ ਅਸੀਂ 404 ਦੇ ਫੈਕਟਰ ਬਣਾ ਲੈਂਦੇ ਹਾਂ, ਗੁਣਨਖੰਡ ਬਣਾ ਲੈਂਦੇ ਹਾਂ, 2 202, ਫਿਰ 2 ਨਾਲ ਜਾਂਦਾ 101। ਹੁਣ ਹੋਰ ਨਹੀਂ ਬਣਦੇ, ਇੱਥੇ 404 ਦਾ ਕੀ ਆ ਗਿਆ ਬਰਾਬਰ ਹੈ 2 ਦੀ ਘਾਤ 2 ਗੁਣਾ 101। ਇਹ ਫੈਕਟਰ ਬਣ ਗਏ ਸਾਡੇ, ਗੁਣਨਖੰਡ ਬਣ ਗਏ। HCF ਕੀ ਹੋਏਗਾ, ਦੇਖੋ 2 ਦੀ ਘਾਤ 2 ਇੱਥੇ ਵੀ ਹੈ, 2 ਦੀ ਘਾਤ 2 ਇੱਥੇ ਵੀ ਹੈ, ਇੱਥੇ 5 ਵਾਰ 2 ਹੈ, ਇੱਥੇ 2 ਵਾਰ 2 ਹੈ, ਅਸੀਂ 2 ਦੀ ਘਾਤ 2 HCF ਆਏਗਾ ਸਾਡਾ। HCF बराबर है 2 ਦੀ ਘਾਤ 2 बराबर है 4। एलसीएम ਕੀ आएगा 2 ਦੀ ਘਾਤ 5 ਗੁਣਾ 3 ਗੁਣਾ 101।
ਐਲਸੀਐਮ ਕੀ ਆਏਗਾ ਸਾਡਾ, ਅਸੀਂ ਇਦਾਂ ਵੀ ਕਰ ਲਿਆ ਸੀ, ਇਹਨੂੰ ਅਸੀਂ ਕੈਲਕੂਲੇਟ ਕਰ ਲੈਂਦੇ ਹਾਂ। 2 ਦੂਣੇ 4 ਦੂਣੇ 8 ਦੂਣੇ 16 ਦੂਣੇ 32, 32 ਨੂੰ ਅਸੀਂ 3 ਨਾਲ ਗੁਣਾ ਕੀਤੀ 96 ਆ ਗਿਆ। 96 ਨੇ ਅਸੀਂ 101 ਨਾਲ ਗੁਣਾ ਕੀਤੀ 96 0 0 96 ਆ ਗਿਆ 96 96, ਠੀਕ ਹੈ। ਐਲਸੀਐਮ ਇੱਥੇ ਕਿੰਨਾ ਕੀਤਾ ਆ ਗਿਆ 96 96। ਇਹਨਾਂ ਨੇ ਦੂਜੇ ਤਰੀਕੇ ਨਾਲ ਕੀਤਾ ਹੈ, ਉਹ ਇਹ ਹੈ ਕਿ अब हम समझ रहे हो ही, एलसीएम बराबर है ए गुणा बी, दो संख्यावां ਜਿਹੜੀਆਂ ਦਿੱਤੀਆਂ ਹੋਈਆਂ ਸਾਨੂੰ बटा एचसीएफ। एलसीएम बराबर है ए गुणा बी कितना है 96 गुणा 404 बटा 4, 4 एकम 4 101, ਅਸੀਂ 101 ਨੂੰ 96 ਨਾਲ ਉੱਪਰ ਗੁਣਾ ਕੀਤੀ ਹੈ, ਆ ਗਿਆ 96 96। ਇਹ ਹੋਈ ਉਦਾਹਰਨ ਨੰਬਰ 2 सॉरी 3। ਹੁਣ ਹੈ ਉਦਾਹਰਨ ਨੰਬਰ 4। ਸੰਖਿਆਵਾਂ 6 72 ਅਤੇ 120 ਦਾ ਅਭਾਜ ਗੁਣਨਖੰਡ ਵਿਧੀ ਨਾਲ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਪਤਾ ਕਰੋ। ਅਸੀਂ ਪਹਿਲੇ ਇੱਧਰ ਲੈ ਲੈਂਦੇ ਹਾਂ, 6 ਦੇ ਫੈਕਟਰ ਬਣਾ ਲੈਂਦੇ ਹਾਂ, ਗੁਣਨਖੰਡ ਬਣਾ ਲੈਂਦੇ ਹਾਂ। 2 2 3 6, ਫਿਰ ਆ ਗਿਆ 3 1, ਥੱਲੇ ਲਿਖਣਾ ਤੇ 6 ਬਰਾਬਰ ਹੈ 2 ਗੁਣਾ 3। ਅੱਛਾ ਅੱਗੇ ਲੈ ਲੈਂਦੇ 72, 72 ਦੇ ਫੈਕਟਰ ਲੈ ਲੈਣਾ ਸੀ। ਹੁਣ 2 ਨਾਲ ਜਾਂਦਾ 36 ਦੂਣੇ 72, ਫਿਰ 2 ਨਾਲ ਜਾਂਦਾ 18 ਦੂਣੇ 36, ਫਿਰ 2 ਨਾਲ ਜਾਂਦਾ 9 ਦੂਣੇ 18, ਫਿਰ 2 ਨਾਲ ਜਾਂਦਾ ਸੌਰੀ 3 ਨਾਲ ਜਾਂਦਾ 3 ਤੀਏ 9, 3 एकम 3, 72 बराबर है 2 ਦੀ ਘਾਤ 3 ਗੁਣਾ 3 ਦੀ ਘਾਤ 2। ਆ क्या गया 120, 120 ਦੇ ਫੈਕਟਰ ਬਣਾ ਲਓ। ਉੱਥੇ 2 ਨਾਲ ਜਾਂਦਾ 60, ਫਿਰ 2 ਨਾਲ ਜਾਂਦਾ 30, ਫਿਰ 2 ਨਾਲ ਜਾਂਦਾ 15, ਫਿਰ 3 ਨਾਲ ਜਾਂਦਾ 5, ਫਿਰ 5 ਨਾਲ ਜਾਂਦਾ 1। 120 ਕੀ ਹੋ ਗਿਆ 2 ਦੀ ਘਾਤ 3 ਗੁਣਾ 3 ਗੁਣਾ 5। ਹੁਣ ਦੇਖੋ ਐਚਸੀਐਫ ਕੱਢਾਂਗੇ ਅਸੀਂ, ਇਹ ਦੇਖੋ 2 3 ਹੈ ਨਾ, ਇੱਥੇ 2 ਦੀ ਘਾਤ 1 ਹੈ, ਇੱਥੇ 3 ਹੈ ਤੇ 3 ਹੈ। ਅਸੀਂ ਸਿਰਫ ਇੱਕ ਘਾਤ ਵਾਲਾ ਲੈਣਾ ਹੈ ਜਿਹੜਾ ਸਾਂਝਾ ਹੈ ਤਿੰਨਾਂ 'ਚ। ਤਿੰਨਾਂ ਸਾਂਝਾ ਕੀ ਹੈ 2 2। ਹੁਣ ਦੂਜੀ ਸੰਖਿਆ ਕੀ ਹੈ ਅੱਗੇ 3 ਹੈ, 3 ਵੀ ਤਿੰਨਾਂ 'ਚ ਹੀ ਹੈ। ਇੱਥੇ 3 ਦੀ ਘਾਤ 1 ਹੈ, ਇੱਥੇ 2 ਹੈ ਤੇ ਇਕੱਲਾ ਹੈ, ਇਕੱਲੇ ਘਾਤ ਦਾ ਘੱਟੋ ਘੱਟ ਲੈਣੀ ਹੈ ਗੁਣਾ 3 ਬਰਾਬਰ ਹੈ 6। ਇਸ ਦਾ ਐਚਸੀਐਫ ਆ ਜਾਏਗਾ एलसीएम बराबर है। ਹੁਣ ਦੇਖੋ ਇਹਦੇ 'ਚ ਸਭ ਤੋਂ ਵੱਡੀ ਘਾਤ ਕੀ ਹੈ 2 ਦੀ ਘਾਤ 3, ਇਹਦੇ ਵਿੱਚ ਸਭ ਤੋਂ ਵੱਡੀ ਘਾਤ ਕੀ ਹੈ 3 ਦੀ ਘਾਤ 2, ਅੱਗੇ ਕੀ ਆ ਗਿਆ 5 ਇਕੱਲਾ ਹੀ ਹੈ। एलसीएम बराबर है 2 दूने 4 गुणा 9 गुणा 5, 5 ने 45 दूने 90 दूने 180। एल्स 2 ਦੀ ਘਾਤ 3 ਸੀਗੀ ਇੱਥੇ, एलसीएम ਕੀ ਆ ਗਿਆ ਸਾਡਾ 2 ਦੀ ਘਾਤ 3 ਹੈ, 2 दूने 4 4 दूने 8 गुणा 3 तीय 9 गुणा 5 क्या आ गया एलसीएम बराबर है 8 ने 72
गुणा 5 5 दूने 10 500 ਤੇ 35 ਤੇ 1 36 HCF ਸਾਡਾ ਆ ਗਿਆ 6 LCM ਆ ਗਿਆ 360। ਇਹ ਸੀਗੀਆਂ ਉਦਾਹਰਨਾਂ। ਲੈਸਨ ਪਹਿਲਾ ਹੁਣ ਕਰ ਰਹੇ ਹਾਂ ਅਸੀਂ ਪ੍ਰਸ਼ਨਾਵਲੀ 1.1। ਕੁਐਸਚਨ ਹੈ ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਅਭਾਜ ਗੁਣਖੰਡਾਂ ਦੇ ਗੁਣਫਲ ਦੇ ਰੂਪ ਵਿੱਚ ਲਿਖੋ। ਲੈ ਲੈਣਾ ਪਹਿਲਾ ਕੁਐਸਚਨ 40 ਸਾਈਡ 'ਚ ਜਾ ਕੇ ਇੱਧਰ ਲਾਈਨ ਖਿੱਚ ਲਈ ਤੇ 40 ਲਿਖ ਲਿਆ ਸੀ। ਅਸੀਂ ਇਹਦੇ ਗੁਣਖੰਡ ਬਣਾਵਾਂਗੇ 2 70 ਦੂਣੇ 40 ਫਿਰ 2 35 ਹੁਣ 3 ਨਾਲ ਚੈੱਕ ਕਰਾਂਗੇ 35 3 ਨਾਲ ਨਹੀਂ ਉੱਡਦਾ ਠੀਕ ਹੈ 5 ਨਾਲ ਤਾਂ ਉੱਡਦਾ ਹੀ ਹੈ 5 5 7 35 7 7 1 7 ਕੀ ਆ ਗਿਆ ਬਰਾਬਰ ਹੈ 2 ਗੁਣਾ 2 ਗੁਣਾ 5 ਗੁਣਾ 7 ਬਰਾਬਰ ਹੈ 2 ਦੀ ਘਾਤ 2 ਗੁਣਾ 5 ਗੁਣਾ 7। ਹੁਣ ਅਸੀਂ ਉੱਤਰ ਦੇ ਲਾਸਟ 'ਚ ਇਹ ਪੱਕਾ ਲਿਖਣਾ ਹੈ ਦੇਖੋ ਤਰੀਕਾ ਜਿਹੜਾ ਸਹੀ ਹੁੰਦਾ ਇਹੀ ਹੁੰਦਾ ਅਸੀਂ ਲਿਖਦੇ ਨਹੀਂ ਸੰਖਿਆ 140 ਨੂੰ ਭਾਜ ਗੁਣਖੰਡਾਂ ਦੇ ਗੁਣਫਲ ਦਾ ਰੂਪ ਬਰਾਬਰ ਹੈ 2 ਦੀ ਘਾਤ 2 ਗੁਣਾ 5 ਗੁਣਾ 7 ਆਨਸਰ ਜਾਂ ਉੱਤਰ। ਸਹੀ ਤਰੀਕਾ ਲਿਖਣ ਦਾ ਇਹ ਹੀ ਹੈ। ਹੁਣ ਅਗਲਾ ਕੁਐਸਚਨ ਆ ਜਾਂਦਾ ਦੂਜਾ 156। ਅਸੀਂ ਇੱਧਰ ਸਾਈਡ ਚਲੇ ਗਏ ਮੁੜ ਕੇ ਬਣਾ ਲਿਆ ਅਸੀਂ ਫੈਕਟਰ ਕਰਨ ਵਾਸਤੇ ਗੁਣਖੰਡ ਬਣਾਉਣ ਵਾਸਤੇ 156 2 ਨਾਲ ਗਿਆ 7 ਦੂਣੇ 14 8 ਦੂਣੇ 16 ਇਹ 2 ਨਾਲ ਗਿਆ 3 ਦੂਣੇ 6 9 ਦੂਣੇ 18 39 9 3 12 3 ਨਾਲ ਜਾਂਦਾ ਹੈ 3 ਤੇ 13 13 1 ਲਾਸਟ ਸਟੈਪ ਤੁਸੀਂ ਨਾ ਵੀ ਕਰੋ ਚਲੇਗਾ ਇਜ ਇਕੁਅਲ ਟੂ 2 ਗੁਣਾ 2 ਗੁਣਾ 3 ਗੁਣਾ 13 ਬਰਾਬਰ ਹੈ 2 ਦੀ ਘਾਤ 2 ਗੁਣਾ 3 ਗੁਣਾ 13। ਲਾਸਟ ਆਹੀ ਲਿਖਣਾ ਪੱਕਾ ਲਿਖਣਾ ਹੈ ਪੇਪਰ ਜਿੱਦਾਂ ਸੰਖਿਆ 156 ਨੂੰ ਅਭਾਜ ਗੁਣਖੰਡਾਂ ਦੇ ਗੁਣਫਲ ਦਾ ਰੂਪ ਬਰਾਬਰ ਹੈ 2 ਦੀ ਘਾਤ 3 ਗੁਣਾ 3 ਗੁਣਾ 13। ਹਾਂਜੀ ਬੇਟਾ ਜੀ ਹੁਣ ਹੈ ਤੀਜਾ 3825 ਫਿਰ ਅਸੀਂ ਉਹੀ ਤਰੀਕਾ ਤੋਂ ਫੜਾਂਗੇ 3825 ਅਸੀਂ 2 ਨਾਲ ਤਾਂ ਭਾਗ ਕਰ ਨਹੀਂ ਸਕਦੇ ਤੇ ਅਸੀਂ ਦੇਖਿਆ ਸੀ ਨਾ 2 4 6 8 ਤੇ 0 ਹੋਵੇ ਇਕਾਈ ਵਿੱਚ ਤਾਂ ਹੀ 2 ਨਾਲ ਭਾਗ ਹੋ ਸਕਦਾ। ਹੁਣ ਅਸੀਂ 3 ਨਾਲ ਚੈੱਕ ਕਰਾਂਗੇ ਪਹਿਲਾਂ ਅਸੀਂ ਸਾਰੇ ਟੋਟਲ ਮਾਰ ਲਿਆ 8 3 11 2 13 ਤੇ 5 18 18 3 ਨਾਲ ਉੱਡ ਜਾਂਦਾ ਹੈ ਤੇ ਮਤਲਬ ਇਹ ਪੂਰੀ ਕਿਆ 3 ਨਾਲ 3 1 3 3 2 6 2 ਬਚੇ 21 3 7 21 3 ਵਜੇ 15 ਅਸੀਂ ਦੁਬਾਰਾ ਚੈੱਕ ਲੈਂਦੇ ਹਾਂ 2 ਤੇ 3 7 10 10 ਤੇ 5 15 3 ਨਾਲ ਫੇਰ ਉੱਡ ਜਾਂਦਾ 3 ਚੌਕੇ 12 3 2 6 3 5 15 4 2 6 5 11 ਹੁਣ 3 ਨਾਲ ਨਹੀਂ ਉੱਡਦਾ ਹੁਣ 5 ਨਾਲ 3 ਤੋਂ ਵੱਡੀ ਸੰਖਿਆ 5 5 8 40 5 8 40 ਤੇ 5 5 25 ਹੁਣ ਫਿਰ 5 ਨਾਲ ਚੱਲ ਜਾਣਾ 5 ਲਾਸਟ 'ਚ 17 5 85 ਬਰਾਬਰ ਹੈ 3 ਗੁਣਾ 3 ਗੁਣਾ 5 ਗੁਣਾ 5 ਗੁਣਾ 17 ਬਰਾਬਰ ਹੈ 3 ਦਾ ਵਰਗ ਗੁਣਾ 5 ਦਾ ਵਰਗ ਗੁਣਾ 17। ਫਿਰ ਮੁੜ ਕੇ ਅਸੀਂ ਉਹ ਲਿਖਣਾ ਹੈ 36 25 ਦਾ ਅਭਾਜ ਗੁਣਖੰਡਾਂ ਦੇ ਗੁਣਫਲ ਦੇ ਰੂਪ ਬਰਾਬਰ ਹੈ 3 ਦਾ ਵਰਗ ਗੁਣਾ 5 ਦਾ ਵਰਗ ਗੁਣਾ 17 ਆਨਸਰ। ਪੇਪਰ 'ਚ ਹਮੇਸ਼ਾ ਇੱਕ ਲਾਈਨ ਲਿਖ ਦੇਣੀ ਹੈ ਫਾਲਤੂ ਚੰਗਾ ਲੱਗਦਾ ਟੀਚਰ ਨੂੰ ਵੀ ਚੰਗਾ ਲੱਗਦਾ ਬੋਰਡ ਦਾ ਪੇਪਰ ਹੈ ਤੁਹਾਡਾ ਪੂਰੇ ਨੰਬਰ ਮਿਲਣਗੇ।
ਹੁਣ ਆ ਗਿਆ ਚੌਥਾ ਕੁਐਸਚਨ 5005। ਫਿਰ ਉਹੀ ਤਰੀਕਾ ਇੱਥੇ ਸਾਈਡ 'ਤੇ ਲੈ ਕੇ ਅਸੀਂ ਕਰ ਲਿਆ, ਰਕਮ ਬਣਾ ਲਿਆ, 5005 ਲਿਖ ਲਿਆ। ਦੇਖੋ 5 ਤੇ 5 10, 2 ਨਾਲ ਵੀ ਨਹੀਂ ਜਾਂਦਾ, 3 ਨਾਲ ਵੀ ਨਹੀਂ ਜਾਂਦਾ, ਇਹ 5 ਨਾਲ ਜਾਣਾ ਪਹਿਲਾਂ। 1001। ਹੁਣ 1001 ਕਾਹਦੇ ਨਾਲ ਜਾਂਦਾ ਹੈ? 2 ਨਾਲ ਜਾਂਦਾ ਨਹੀਂ ਜਾਂਦਾ, 3 ਨਾਲ ਜਾਂਦਾ ਨਹੀਂ ਜਾਂਦਾ, 2 ਤੇ 3 ਦਾ ਗੱਲ ਹੀ ਖਤਮ ਹੋ ਗਈ। 5 ਨਾਲ ਜਾਂਦਾ, 5 ਨਾਲ ਵੀ ਨਹੀਂ ਜਾਂਦਾ। ਹੁਣ ਇਹ ਚੈੱਕ 7 ਨਾਲ ਚੈੱਕ ਕਰਨਾ। 7 ਏਕਮ 7, 3 0 7 ਚੌਕੇ 28, 7 ਨਾਲ ਜਾਂਦਾ। 1001 ਨੂੰ 7 ਨਾਲ ਭਾਗ ਕਰਕੇ ਦੇਖ ਲੈਣਾ। 7 ਏਕਮ 7, 3 0 7 ਚੌਕੇ 28, 2 1 7 21 ਆ ਗਿਆ 143। 143 ਹੁਣ 7 ਨਾਲ ਜਾਂਦਾ, 7 ਨੇ 14, ਅੱਗੇ 3 ਆ ਗਿਆ ਨਹੀਂ ਜਾਂਦਾ। 11 ਨਾਲ 11 11 11 30 33, 11 ਨਾਲ ਜਾਂਦਾ, ਅੱਗੇ ਆ ਗਿਆ 13, लास्ट आ गया 13। 1 बराबर है 5 गुणा 7 गुणा 11 गुणा 13। ਇੱਥੇ ਇਹ ਅਗਲੀ ਲਾਈਨ ਲਿਖਣ ਦੀ ਲੋੜ ਹੈ ਨਹੀਂ। ਕਿਉਂ? ਕਿਉਂਕਿ ਇੱਥੇ ਵਰਗ ਨਹੀਂ ਬਣ ਰਿਹਾ ਕੋਈ ਵੀ। ਆ ਗਿਆ 5005 ਦਾ ਅਭਾਜ ਖੰਡਾਂ ਦੇ ਗੁਣਨਫਲ ਦਾ ਰੂਪ ਬਰਾਬਰ ਹੈ 5 ਗੁਣਾ 7 ਗੁਣਾ 11 ਗੁਣਾ 13, 7429। ਤਰੀਕਾ ਉਹੀ ਹੈ, ਮੁੜ ਕੇ ਅਸੀਂ ਫਿਰ ਇਹਦੇ ਸਾਈਡ 'ਤੇ ਲੈ ਲਿਆ। ਅੱਛਾ, ਇਹਨੂੰ ਅਸੀਂ ਪਹਿਲਾਂ 2 ਨਾਲ ਦੀ ਜਾਣਾ ਨਹੀਂ, 3 ਨਾਲ ਚੱਕ ਲਿਆ। 7 4 11 ਤੋਂ 13, 13 ਤੋਂ 9 22, 3 ਨਾਲ ਵੀ ਨਹੀਂ ਜਾਣਾ, 4 ਨਾਲ ਵੀ ਨਹੀਂ ਜਾਣਾ, 5 ਨਾਲ ਨਹੀਂ ਜਾਣਾ, 6 ਨਾਲ ਵੀ ਨਹੀਂ ਜਾਣਾ, ਅੱਗੇ ਆ ਗਿਆ 7। 7 ਨਾਲ ਚੈੱਕ ਕਰਦੇ ਹਾਂ ਅਸੀਂ। 7 ਏਕਮ 7, 7 ਛਿਕੇ 42, ਅੱਗੇ 9 ਨਹੀਂ ਜਾਂਦਾ। 7 ਦੇ ਬਾਅਦ ਆ ਗਿਆ 11, 11 ਛਿਕੇ 66, 8 74, 82, 11 7 77, 11 ਨਾਲ ਵੀ ਨਹੀਂ ਜਾਂਦਾ, 12 13, 13 5 65, 65 9 74, 9 2, 13 7 91, 19 ਨਹੀਂ ਜਾਂਦਾ। ਅਸੀਂ ਸਾਈਡ 'ਚ 17 ਨਾਲ ਭਾਗ ਕਰਕੇ ਦੇਖ ਲੈਂਦੇ ਹਾਂ। 17 ਨਾਲ ਭਾਗ ਮੁੱਕ ਚੋਂ ਨਹੀਂ ਹੋ ਰਹੀ ਮੇਰੇ ਤੋਂ। 17 ਚੁੱਕੇ 6 2, 17 30 51, 1 1, 17 7 100, कितना आ गया 437। 437 17 ਨਾਲ ਜਾਂਦਾ। 17 दूने 34 ਤੇ 17 30 51, 17 दूने 34, 34 ਤੇ 9 97 ਨਹੀਂ ਜਾਂਦਾ। ਹੁਣ ਅਸੀਂ ਵੱਡਾ ਲੈ ਲੈਣਾ 17 ਤੋਂ 19, 19 दूने 38, ਹਾਂ 19 ਨਾਲ ਜਾਂਦਾ। ਚਾਰ ਸੌ 19 ਨਾਲ ਭਾਗ ਕੀਤੇ ਅਸੀਂ। 19 दूने 38, 5 43, 7 19 30 51 ਆ ਗਿਆ 23। ਇਹ 23 23 ਨਾਲ ਜਾਏਗਾ, खत्म। ये आ गया बराबर है 17 गुणा 19 गुणा 23, 7429 ਦਾ ਅਭਾਜ ਗੁਣਨਖੰਡਾਂ ਦਾ ਗੁਣਨਖੰਡਾਂ ਦੇ ਗੁਣਨਫਲਾਂ ਦਾ ਰੂਪ बराबर है 17 गुणा 19 गुणा 23 आंसर। ਇਹ ਸੀਗਾ ਕੁਐਸਚਨ ਨੰਬਰ 1, ਪ੍ਰਸ਼ਨਾਵਲੀ 1.1। ਪ੍ਰਸ਼ਨਾਵਲੀ 1.1 ਦਾ ਦੂਜਾ ਕੁਐਸਚਨ। ਕੁਐਸਚਨ ਹੈ ਸੰਪੂਰਨ ਸੰਖਿਆਵਾਂ ਦੇ ਹੇਠ ਲਿਖਿਆਂ ਜੋੜਿਆਂ ਦਾ HCF ਤੇ LCM ਪਤਾ ਕਰੋ ਅਤੇ ਇਸ ਦੀ ਜਾਂਚ ਕਰੋ ਕਿ ਦੋ ਸੰਖਿਆਵਾਂ ਦਾ ਗੁਣਨਫਲ HCF ਗੁਣਾ LCM ਹੈ। ਲੈਸਨ ਚੱਲ ਰਿਹਾ ਸੀ ਸਾਡਾ ਵਾਸਤਵਿਕ ਸੰਖਿਆਵਾਂ। ਅਸੀਂ ਉਸੇ ਗੁਣਨਖੰਡਾਂ ਦੇ ਆਧਾਰ ਤੇ ਹੀ ਅਸੀਂ ਕੁਐਸਚਨ ਕਰਨਾ ਹੈ। ਪਹਿਲਾ ਹੈ 26 ਅਤੇ 91। 26 ਦਾ
गुणनखंड कर लिया। 6 है लास्ट, 2 नाल जांदा, 13 दूने 26, हुण नहीं जांदा। 13 आ गया, थल्ले 1 आ गया, ये 91। ਹੁਣ ਦੇਖੋ 2 ਨਾਲ ਨਹੀਂ ਜਾਣਾ, 3 ਨਾਲ ਨਹੀਂ ਜਾਣਾ, 4 5 ਨਾਲ ਨਹੀਂ ਜਾਣਾ, 7 ਨਾਲ, 7 13 ਸੱਤੇ 91। ठीक है, 26 बराबर है 2 गुणा 13 ते 91 बराबर है 7 गुणा 13। HCF आ गया ਤੁਹਾਡਾ। 13 ਦੋਵਾਂ 'ਚ ਕਾਮਨ ਹੈ 13। एलसीएम ਕੀ ਆ ਗਿਆ 2 गुणा 7 गुणा 13। 7 दूने 14, 14 गुण 13 ਨਾਲ ਗੁਣਾ ਕਰਾਂਗੇ ਅਸੀਂ। 14 ਤੀਏ 42, 14 एकम 14, 182। ਸਾਡਾ HCF ਆ ਗਿਆ, ਇੱਕ ਹੈ ਸਾਡਾ LCM ਆ ਗਿਆ। ਹੁਣ ਅਸੀਂ ਕਰਾਂਗੇ ਜਾਂਚ, ਦੋ ਸੰਖਿਆਵਾਂ ਦਾ ਗੁਣਨਫਲ HCF ਤੇ LCM ਹੈ। ਸੰਖਿਆਵਾਂ 26 ਅਤੇ 91 ਦਾ ਗੁਣਨਫਲ ਬਰਾਬਰ ਹੈ 26 ਗੁਣਾ 91। LCM ਅਤੇ HCF ਦਾ ਗੁਣਨਫਲ ਬਰਾਬਰ ਹੈ 13 ਗੁਣਾ 182। ਅਸੀਂ ਦੋ ਸੰਖਿਆਵਾਂ ਨੂੰ ਗੁਣਾ ਕਰਕੇ ਦੇਖਦੇ ਹਾਂ। 26 गुणा 91, 6 6 ने 52, 2 9 दूने 18, 6 6 3 2। ये तो 182 देता है। 182 ਅਸੀਂ 13 ਨਾਲ ਗੁਣਾ ਕਰ ਦੇਣੇ ਸਿੱਧਾ ਹੀ। 3 दूने 6, 3 8 24, 3 3 2 5, 282, 6 6 3 2। ए गुणा बी बराबर है एलसीएम गुणा HCF। 26 गुणा 91 बराबर है 13 गुणा 182 ते 2366 बराबर है 2366। LHS बराबर है RHS। आंसर देखो, बड़े सारे बच्चे ना सिर्फ इतने तक क्वेश्चन करके आ जाते। 3 नंबर का क्वेश्चन है, इन्ना क्वेश्चन करके आ जाते हैं। नंबर मिलता उन्होंने 1 ਜਾਂ 1.5। क्वेश्चन पूरा करना है, क्वेश्चन इतने तक है। ਹੁਣ अगला क्वेश्चन है इसका 510 ਅਤੇ 92। ਅਸੀਂ ਇਸ ਦੇ ਫੈਕਟਰ 510 ਦੇ ਫੈਕਟਰ ਬਣਾ ਲੈਂਦੇ ਹਾਂ। 2 ਨਾਲ ਜਾਂਦਾ, 2 2 ਨੇ 4, 1 ਬਚਿਆ, 2 5 10, 2 5 10। ਹੁਣ 2 ਨਾਲ ਨਹੀਂ ਜਾਂਦਾ, 3 ਨਾਲ ਚੈੱਕ ਕਰਨੇ 5 2 7 5 12, 3 ਨਾਲ ਜਾਂਦਾ, 3 8 24, 3 5 15, 8 5 13। ਹੁਣ ਨਹੀਂ ਜਾਂਦਾ 3 ਨਾਲ, 5 ਨਾਲ ਜਾਏਗਾ, 17 5 85, 17 1 17। 510 बराबर है 2 गुणा 3 गुणा 5 गुणा 17। अगे आ गया 92। 4 दूने 8, 6 दूने 12, 2 23 दूने 46। 92 बराबर है 2 गुणा 2 गुणा 23। ਹੁਣ देखो HCF से आ गया साਡਾ ਇਹ LCM ਕੀ ਆ ਗਿਆ ਸਾਡਾ। इसे 2 ਦੀ ਘਾਤ 2 है, 2 ਦੀ ਘਾਤ 2 गुणा 3 गुणा 5 गुणा 17 गुणा 23 बराबर है
4 गुणा 15 थी 3 बजे 15 गुणा 17 गुणा 23 23 ਅਸੀਂ 17 ਨਾਲ ਗੁਣਾ ਕਰ ਲੈਂਦੇ ਹਾਂ 7 21 7 दूने 14 2 16 23 7 21 7 दूने 14 2 16 1 6 ਤੇ 9 391 ਇਹਨੂੰ ਅਸੀਂ 60 ਨਾਲ ਗੁਣਾ ਕਰਤੀ 0 0 ਲੱਗਿਆ 6 ਦਾ 6 ਆ ਗਿਆ 6 ਨਾਲ 54 6 30 18 ਤੇ 5 23 460 बराबर है 23 460 ਇਹ ਆ ਗਿਆ ਸਾਡਾ ਐਲਸੀਐਮ ਐਚ ਹੁਣ ਸਾਡਾ a गुणा b बराबर है अकॉर्डिंग टू क्वेश्चन चेक करना सी एलसीएम गुणा एचसीएफ 510 गुणा 92 बराबर है 2 गुणा 23 460 पहले इन्हू 2 नाल गुणा कर लें 0 6 दूने 12 4 दूने 8 1 9 23 दूने 40 40 920 510 में असीं 92 नाल गुणा की 9 9 बजे 40 20 9 ते 4 40 920 बराबर है 40 920 एल एच एस बराबर है आर एच एस ये हो गया तेरा दूजा क्वेश्चन हूँ आ गया क्वेश्चन तीजा तीजा क्वेश्चन की है साडा 336 ते 54 336 बराबर है इतनी साइड जाके गुणखंड बना लेना 336 दे दो नाल जाएगा 2 एकम 2 कुछ के 12 8 दूने 16 फिर 2 नाल जाएगा 8 दूने 16 4 दूने 8 फिर 2 नाल जाएगा 4 2 फिर 2 नाल जाएगा 21 फिर 3 नाल जाएगा 3 सते 21 फिर 7 एकम 7 ये तो हो गया हूँ आ गई बारी 54 दी 2 गुणा 2 गुणा 2 गुणा 2 4 बार 2 है एक बार 3 है तो एक बार 7 है कितने बराबर आ गया 2 की घात 4 गुणा 3 गुणा 7 आ गया 54 54 2 नाल जांदा 27 फिर 3 नाल जांदा 3 नाल 27 फिर 3 नाल जांदा फिर 3 नाल जांदा 1 आ गया 54 बराबर है 2 गुणा 3 गुणा 3 गुणा 3 कितने बराबर बन गया 2 गुणा 3 की घात 3 एच एफ क्या आ गया था एच एफ आ गया जो दोनों साझा है इतने 2 कला ही है इतने 2 कला ही है ये एच एफ आ गया अच्छा हूँ इतने एक 3 भी है इतने थले थले भी है 3 तो उपर भी है 3 एच एफ आ गया 2 गुणा 3 बराबर है 6 एलसीएम की आ गया ਅਸੀਂ ਤੇ ਘਾਤਾਂ ਬਣਾਈਆਂ ਸੀਗੀਆਂ 2 ਦੀ ਘਾਤ 4 ਗੁਣਾ 3 ਦੀ ਘਾਤ 3 2 ਦੀ ਘਾਤ 4 ਗੁਣਾ 3 ਦੀ ਘਾਤ 3 ਗੁਣਾ 7 ਬਰਾबर है 2 गुणा 2 गुणा 2 गुणा 2 गुणा 3 गुणा 3 गुणा 3 गुणा 7 16 आ गया 16 7 112 112 ਨੂੰ ਅਸੀਂ 27 ਨਾਲ ਗੁਣਾ ਕਰ ਲੈਂਦੇ ਹਾਂ 7 दूने 14 7 एकम 7 ਤੇ 1 8 7 254
24 4 ਦਾ ਆ ਗਿਆ 4 8 4 12 ਹੌਸਲਾ 1 8 ਤੇ 2 10 2 ਤੇ 1 3 ਆ ਗਿਆ बराबर है 3024 ਹੁਣ ਅਸੀਂ ਅਗਲਾ ਪਾਰਟ ਕਰਾਂਗੇ ਐਚਸੀਐਫ ਸਾਡਾ 6 ਆ ਗਿਆ ਐਲਸੀਐਮ ਸਾਡਾ 3024 ਆ ਗਿਆ ਅਗਲਾ ਪਾਰਟ ਹੈ ਸਾਡਾ A ਗੁਣਾ B बराबर है LCM HCF A गुणा B कितना आ गया 336 गुणा 53 बराबर है 6 गुणा 3024 इन्होंने 6 नाल गुणा कर ही लेना इत्थे कर लेने 6 चौके 24 6 दूने 12 2 14 6 ती 18 18 144 ये तो कर लिया 336 ਨੂੰ 54 ਨਾਲ ਗੁਣਾ ਕਰਨੀ ਹੈ 4 ਛਿਕੇ 24 4 ਤੀ 12 2 14 4 ਤੀ 12 ਤੇ 1 13 5 ਛਿਕੇ 30 5 ਤੀ 15 3 18 5 ਤੀ 15 ਤੇ 1 16 4 ਦਾ 4 ਆ ਗਿਆ 4 ਦਾ 4 ਆ ਗਿਆ 8 3 11 ਹੌਸਲਾ 1 2 ਤੇ 6 8 बराबर है 18 140 बराबर है 18 तो 40 LHS बराबर है RHS आंसर ਇਹ ਸੀਗਾ ਕੁਐਸਚਨ ਨੰਬਰ 3 ਹੁਣ ਹੈ ਸਵਾਲ ਨੰਬਰ 3 ਅਭਾਜ ਗੁਣ ਵਿਧੀ ਨਾਲ ਹੇਠਾਂ ਦਿੱਤੀਆਂ ਸੰਪੂਰਨ ਸੰਖਿਆਵਾਂ ਦਾ HCF ਤੇ LCM ਪਤਾ ਕਰੋ ਤਰੀਕਾ ਉਹੀ ਹੈ ਪਹਿਲਾ ਕੁਐਸਚਨ ਹੈ 12 15 ਅਤੇ 21 ਇਹ ਸਾਈਡ 'ਚ 12 ਦਾ ਉਹਨੂੰ ਹੁਣ ਬਣਾ ਲਓ 2 2 ਛਿਕੇ 12 ਇਹ 2 ਨਾਲ ਜਾਂਦਾ 3 3 1 3 ਠੀਕ ਹੈ ਇੱਥੇ ਤੁਸੀਂ 15 ਬਣਾ ਲਿਆ 3 2 ਨਾਲ ਨਹੀਂ ਜਾਂਦਾ 3 ਨਾਲ ਜਾਏਗਾ 3 3 5 15 5 1 5 ਨਾਲੇ ਤੁਸੀਂ 21 ਦਾ ਬਣਾ ਲਿਆ 2 ਨਾਲ ਨਹੀਂ ਜਾਂਦਾ 3 3 7 21 ठीक है 12 बराबर है 2 गुणा 2 गुणा 3 15 बराबर है 3 गुणा 5 की बराबर है 3 गुणा 7 देखो इन्होंने तीनों भी साझा की है 3 3 3 और तो कुछ भी साझा है नहीं ऐसे क्या आ गया सब तो छोटी संख्या से साझी संख्या 3 एलसीएम की आ गया देखो ये 2 का वर्ग आ गया 2 का वर्ग गुणा 3 गुणा 5 गुणा 7 एलसीएम बराबर है 2 दूने 4 गुणा 5 ती 15 गुणा 7 15 7 105 मैं 4 नाल गुणा की 4 5 420 आ गया उत्तर अब है 420 HCF आ गया साडा 3 LCM आ गया 420 आंसर 17 23 ਅਤੇ 29 17 ਦਾ ਫੈਕਟਰ ਬਣਾਵਾਂਗੇ ਅਸੀਂ 17 ਨਾਲ ਹੀ ਜਾਏਗਾ 17 ਕਿਉਂ 17 ਠੀਕ ਹੈ ਦੂਜਾ 23 ਦਾ 23 ਵੀ 23 ਨਾਲ ਹੀ ਜਾਏਗਾ ਇਹ ਵੀ ਭਾਜ ਸੰਖਿਆ 29 29 29 ਨਾਲ ਹੀ ਜਾਏਗਾ आ गया 17 बराबर है 17 गुणा 1 23 बराबर है 23 गुणा 1 29 बराबर है 29 गुणा 1 HCF क्या आ गया सारे जो कॉमन की है ये एक कॉमन है आ गया 1 LCM की आ गया
17 गुणा 23 गुणा 29। 17 ਨੂੰ 23 ਨਾਲ ਗੁਣਾ ਹੋਏਗਾ ਹੀ। 17 ਤੀਏ 51 ਤੇ 17 ਦੂਣੇ 34 3 9 1। ਇਹਨੂੰ ਕਰਤੀ ਅਸੀਂ ਗੁਣਾ 29 ਦੇ ਨਾਲ। 9 9 ਨਾਲ 81 9 ਤੀਏ 27 ਤੇ 8 35 9 ਦੂਣੇ 18 2 ਤੀਏ 6 ਤੇ 1 7 9 3 8 5 13 7 3 10 ਤੇ 1 11 बराबर है 11,347 सर। क्वेश्चन तीजा है 8,9 ਅਤੇ 25। ਉਹੀ ਤਰੀਕਾ ਦੁਆਰਾ ਸਾਡੇ ਕੋਲ 8 ਦਾ ਅਸੀਂ ਬਣਾ ਲਿਆ 2 4 2 2 फिर 2 1 8 बराबर है 2 गुणा 2 गुणा 2 गुणा 1। इस थानू इस बार 1 लिखना पैना है। अच्छा हूँ आ गया 9 3 3 3 9 फिर 3 नाल जांदा 1 9 बराबर है 3 गुणा 3 गुणा 1 25 आ गया। 2 नाल नहीं जाता 3 नाल नहीं जाता 5 नाल जाएगा 5 पंजे 25 5 एकम 5 25 बराबर है 5 गुणा 1। हूँ देखो ध्यान नाल इत्थे की आ गया एच एफ की आ गया 1 तिन्हां साझा की है 1 ते एलसीएम की आ गया ये बन गया 2 की घात 3 2 की घात 3 गुणा ये बन गया 3 की घात 2 इदा भी लिख सकते हैं अगे 2 की घात 3 गुणा 1 3 की घात 2 गुणा 1 5 की घात 2 गुणा 1 3 की घात 2 गुणा 5 की घात 2। ये सब तो छोटा है कितने आना ही नहीं अभी एक लिख भी लेने फिर आ गया 8 9 72 गुणा 25 5 दूने 10 5 ते 35 ते 36 2 दूने 4 2 ते 14 0 10 8 1800 बराबर 1800 आंसर। इस इहदा क्वेश्चन नंबर 3। हूँ है क्वेश्चन नंबर 4। क्वेश्चन नंबर 4 है एचसीएफ दिता है 306 ਤੇ 657 ਦਾ 9 एलसीएम पता करना है ਇਹਨਾਂ ਰਕਮਾਂ ਦਾ। ਅਸੀਂ ਪਹਿਲਾਂ ਪੜਿਆ ਸੀ ਨਾ a ਗੁਣਾ b ਸੰਖਿਆਵਾਂ ਦੋਵੇਂ ਜਿੱਦਾਂ a ਤੇ ਇਹ ਅਸੀਂ ਲਿਖ ਲੈਣੇ ਇੱਥੇ ਮੰਨ ਲਓ a बराबर है 306 b बराबर है 657। therefore a गुणा b बराबर है एलसीएम गुणा एचसीएफ। साइड ना चेंज कर लेना सी एलसीएम गुणा एचसीएफ बराबर है a गुणा b एलसीएम गुणा 9 एलसीएम गुणा 9 बराबर है 9 कितों आया एचसीएफ 9 दिता होया है 306 गुणा 957 एलसीएम बराबर है फिर गुणा हो रहा दूजे पासे भाग हो जाएगा 306 गुणा 957 बटा 9 ये 3 नाल उठता है 3 तीए 9 10 तीए 30 फिर 3 नाल उठता है 3 एकम 3 3 तीए 9 3 चौके 12 तब है 34 गुणा 957 4 सत्ते 28 4 पंजे 20 2 28 4 ने 36 2 38 3 सत्ते 21 3 पंजे 15 2 17
3 है 27 ਤੇ 1 28 8 3 9 ਤੇ 7 16 4 ਤੇ 8 12 बराबर है 32,630 आंसर। तो एलसीएम कितना आ गया? आंसर इतना नहीं लिखना, क्योंकि क्वेश्चन क्लोज करोगे एलसीएम 306,657 बराबर है 32,630 आंसर। हमेशा उत्तर इस तरीके से लिखना है। इसी का क्वेश्चन नंबर 4 हूँ है क्वेश्चन नंबर 5। ਜਾਂਚ ਕਰੋ ਕਿਸੇ ਪ੍ਰਕਿਰਤਿਕ ਸੰਖਿਆ ਦੇ ਲਈ ਸੰਖਿਆ 6 ਦੀ ਘਾਤ n ਅੰਕ ਸਿਫਰ ਹੋ ਸਕਦੀ ਹੈ। ਹਲ ਸੰਖਿਆ n ਦੇ ਲਈ ਸੰਖਿਆ 6 ਦੀ ਘਾਤ n ਸੰਖਿਆ ਕੀ ਹੈ? 6 ਦੀ ਘਾਤ n ਬਰਾਬਰ ਹੈ 0 ਹੋ ਸਕਦੀ ਹੈ। 6 ਨੂੰ ਅਸੀਂ ਫੈਕਟਰ 'ਚ ਕਰਾਂਗੇ 2 ਗੁਣਾ 3 ਇਹਦੀ ਘਾਤ 0। ਇਹ ਨਹੀਂ 0 नहीं हो सकती। क्यों नहीं हो सकती? क्योंकि कोई भी भाज संख्या जो 0 ਤੇ ਖਤਮ ਹੁੰਦੀ ਹੈ ਉਸ ਦੇ ਗੁਣਨਖੰਡ दो ਅਤੇ 5 ਹੋਣਾ ਜ਼ਰੂਰੀ ਹੈ। ਇੱਥੇ 2 ਤੇ ਹੈ लेकिन 5 नहीं है, इसलिए 6 ਦੀ ਘਾਤ n 0 ਦੇ ਬਰਾਬਰ नहीं है। सिर्फ इतना ही क्वेश्चन है।